ਸੈਂਟਰ ਸਰਕਾਰ ਵੱਲੋਂ ਜਿਹੜੇ ਬਿੱਲ ਪਾਸ ਕੀਤੇ ਗਏ ਨੇ ਖੇਤੀ ਸੁਧਾਰਾਂ ਦੇ ਨਾਮ ਨੂੰ ਲੈ ਕੇ ਉਹਨੂੰ ਲੈ ਕੇ ਪੰਜਾਬ ਨਹੀਂ ਪੂਰੇ ਭਾਰਤ ਦੇ ਵਿੱਚ ਹੀ ਸੰਘਰਸ਼ ਕਿਸਾਨ ਕਰ ਰਹੇ ਨੇ, ਕਿਉਂਕਿ ਜਿਹੜੇ ਬਿੱਲ ਨੇ ਇਹ ਕਿਸਾਨ ਮਾਰੂ ਨੇ, ਪੰਜਾਬ ਮਾਰੂ ਨੇ ਤੇ ਦੇਸ਼ ਮਾਰੂ ਵੀ ਨੇ। ਤੇ ਅੱਜ ਪੂਰੀ ਤਰ੍ਹਾਂ ਮੁਕੰਮਲ ਤੌਰ ਤੇ ਪੰਜਾਬ ਬੰਦ ਰਿਹਾ, ਦੇਸ਼ ਦੇ ਵਿੱਚ ਵੀ ਵੱਡੀ ਗਿਣਤੀ ਵਿੱਚ ਅਸਰ ਮਿਲਿਆ। ਅੱਜ ਕਿਸਾਨ ਸੜਕਾਂ ਤੇ ਨੇ ਤੇ ਸੈਂਟਰ ਸਰਕਾਰ ਹਿੱਲੀ ਪਈ ਨੇ। ਤੇ ਇਸ ਸਮੇਂ ਸਾਡੇ ਨਾਲ ਨੇ ਕਾਂਗਰਸ ਪਾਰਟੀ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਕੁਲਬੀਰ ਸਿੰਘ ਜੀਰਾ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਆਖਰ ਉਹ ਕੀ ਸੋਚਦੇ ਨੇ ਕਿ ਜਿਹੜੀ ਕਿਸਾਨਾਂ ਦੀ ਜਿਹੜੀ ਲੜਾਈ ਆ, ਕਿ ਉਸ ਲੜਾਈ ਦੇ ਵਿੱਚ ਦੇਸ਼ ਜਿੱਤੇਗਾ ਤੇ ਬੀਜੇਪੀ ਹਾਰੇਗੀ, ਜਾਂ ਫਿਰ ਬੀਜੇਪੀ ਜਿਹੜੀ ਬਿੱਲ ਪਾਸ ਕੀਤੇ ਗਏ ਨੇ ਉਹ ਜਿੱਤੇਗੀ ਤੇ ਕਿਸਾਨ ਹਾਰਨਗੇ, ਤੇ ਜੇ ਕਿਸਾਨ ਹਾਰਨਗੇ ਤਾਂ ਕੀ ਦੇਸ਼ ਹਾਰੂਗਾ। ਪਿੰਕੀ ਜੀ, ਕੀ ਲੱਗਦਾ ਹੈਗਾ ਕਿ ਜਿਹੜੇ ਬਿੱਲ ਪਾਸ ਕੀਤੇ ਗਏ ਨੇ ਉਹਨੇ ਹਿਲਾ ਕੇ ਰੱਖਤਾ ਦੇਸ਼ ਨੂੰ ਜੀ, ਪਰ ਸਰਕਾਰ ਵਿਜੇਤਾ ਉਹ ਅੱਜ ਵੀ ਕਹਿ ਰਹੀ ਕਿ ਬਿੱਲਾਂ ਦੇ ਨਾਲ ਕਿਸਾਨਾਂ ਦਾ ਭਲਾ ਹੋਏਗਾ। ਦੇਖੋ, ਗੱਲ ਇਹ ਹੈ ਕਿ ਜਿੱਦਾਂ ਇਹਨਾਂ ਨੇ ਬਿੱਲ ਪਾਸ ਕੀਤਾ ਸੀ, ਬੜਾ ਵਡਭਾਗੀ ਦਿਨ ਸੀਗਾ, ਕਾਲਾ ਦਿਨ ਸੀ ਪੰਜਾਬ ਦੇ ਵਾਸਤੇ। ਪੰਜਾਬ ਨੇ ਹਮੇਸ਼ਾ ਹੀ ਸਾਰੇ ਹਿੰਦੁਸਤਾਨ ਦਾ ਪੇਟ ਭਰਿਆ। ਕਿਸਾਨ ਜਿਹੜੇ ਸਾਡੇ ਹੈਗੇ ਨੇ ਉਹ ਸਾਰੇ ਹਿੰਦੁਸਤਾਨ ਦੇ ਵਾਸਤੇ ਕੰਮ ਕਰਦੇ ਨੇ। ਜਿਵੇਂ ਹੁਣ ਪਿੱਛੇ ਜੇ ਮਹਾਮਾਰੀ ਆਈ ਸੀਗੀ, ਉਸ ਮਹਾਮਾਰੀ ਦੇ ਵਿੱਚ ਤੁਸੀਂ ਦੇਖੋ ਕਿ ਪੰਜਾਬ ਤੋਂ ਰੋਜ਼ ਦੀਆਂ 50 ਤੋਂ 60 ਟ੍ਰੇਨਸ ਜਿਹੜੀਆਂ ਜਾਂਦੀਆਂ ਸੀਗੀਆਂ ਉਹ ਸਾਰੇ ਦੇਸ਼ ਦੇ ਵਿੱਚ ਜਾਂਦੀਆਂ ਸੀਗੀਆਂ। ਇਸ ਕਰਕੇ ਮੈਂ ਪੁੱਛਣਾ ਚਾਹੁੰਦਾ ਕਿ ਇਹਨਾਂ ਨੇ ਜਿਹੜਾ ਬਿੱਲ ਪਾਸ ਕੀਤਾ ਹੈ, ਕਿਸੇ ਨੂੰ ਕੰਸਲਟ ਕੀਤਾ ਹੈ, ਕਿਸੇ ਨਾਲ ਗੱਲ ਕੀਤੀ ਹੈ, ਕਿਉਂ ਨਹੀਂ ਕੀਤੀ? ਇਹਨਾਂ ਨੇ ਜਿਹੜੀ ਸਰਕਾਰ ਹੈ ਬੀਜੇਪੀ ਵਾਲੀ ਬਖਲਾ ਗਈ ਸੀ। ਇਹਨਾਂ ਨੇ ਮੰਡੇ ਨੂੰ ਬਿੱਲ ਲਿਆਉਣਾ ਸੀਗਾ, ਸੰਡੇ ਨੂੰ ਲਿਆਏ। ਇਸ ਕਰਕੇ ਇਹ ਘਬਰਾਏ ਹੋਏ ਨੇ। ਹੁਣ ਇਹ ਜਿਹੜੇ ਹੈਗੇ ਇਹਨਾਂ ਦਾ ਵਿਜ਼ਨ ਨਹੀਂ ਹੈ ਮੋਦੀ ਜੀ ਦਾ। ਮੈਂ ਦੱਸਦਾ, ਇਹਨਾਂ ਦਾ ਵਿਜ਼ਨ ਹੈ ਪੋਲਿਟਿਕਸ, ਇਹਨਾਂ ਦਾ ਡਿਵੈਲਪਮੈਂਟ ਵਿਜ਼ਨ ਨਹੀਂ ਹੈ। ਕਿਉਂਕਿ ਜਿਹੜੀ ਵੈਲਫੇਅਰ ਸਟੇਟ ਹੋਵੇ ਉਹਦੀ ਡਿਵੈਲਪਮੈਂਟਸ ਹੋਣੀਆਂ ਚਾਹੀਦੀਆਂ। ਇਹ ਕਹਿੰਦੇ ਮੋਦੀ ਹੈ ਤੇ ਮੁਮਕਿਨ ਹੈ ਸਬਕਾ ਸਾਥ ਸਬਕਾ ਵਿਕਾਸ। ਦੇਖੋ, ਇਹ ਤੁਹਾਡੇ ਸਾਹਮਣੇ ਸਭ ਦਾ ਸਾਥ ਸਭ ਦਾ ਵਿਕਾਸ। ਅੱਜ ਹਰੇਕ ਵਰਗ ਜਿਹੜਾ ਹੈਗਾ ਉਹ ਚੀਕਾਂ ਮਾਰ ਰਿਹਾ, ਰੌਲੇ ਪਾ ਰਿਹਾ। ਜਿਹੜਾ ਛੋਟਾ ਬਿਜ਼ਨਸਮੈਨ ਹੈ ਉਹ ਰੋ ਰਿਹਾ ਹੈ, ਜਿਹੜੇ ਯੂਥ ਹੈ ਉਹ ਰੋ ਰਿਹਾ ਹੈ, ਕਿਸਾਨ ਰੋ ਰਿਹਾ ਹੈ। ਕਿਹੜਾ ਬੰਦਾ ਜਿਹੜਾ ਖੁਸ਼ ਹੋਵੇ? ਇਹ ਮੈਨੂੰ 5 ਕੰਮ ਗਿਣਾ ਦੇਣ ਵੀ ਜਿਹੜੇ ਚੰਗੇ ਕੀਤੇ ਹੋਣ ਇਹਨਾਂ ਨੇ। ਇਹਨਾਂ ਦੀ ਭਾਈਵਾਲ ਪਾਰਟੀ ਸੀਗੀ ਅਕਾਲੀ ਦਲ, ਜਦੋਂ ਆਰਡੀਨੈਂਸ ਆਉਣਾ ਸੀ ਉਹਦੇ ਵਿੱਚ ਜਾ ਕੇ ਆਰਡੀਨੈਂਸ ਦੇ ਵਿੱਚ ਬੈਠੇ ਰਹੇ। ਹੁਣ ਆ ਕੇ ਇਹ ਜਿਹੜੇ ਹੈਗੇ ਕਹਿੰਦੇ ਕਿ ਜੇ ਅਸੀਂ ਅਸਤੀਫਾ ਦੇ ਆਏ। ਜੇ ਇਹਨਾਂ ਦੇ ਮਨ ਦੇ ਵਿੱਚ ਇੰਨਾ ਹੀ ਹੈਗਾ ਕਿ ਸੱਚੀ ਸੇਵਾ ਕਰਨੀ ਹੈ, ਇਹਨਾਂ ਨੂੰ ਚਾਹੀਦਾ ਪਹਿਲਾਂ ਐਨਡੀਏ ਤੋਂ ਅਸਤੀਫਾ ਦੇਣ, ਫਿਰ ਇਹ ਜਿਹੜੇ ਹੈਗੇ ਲੋਕ ਸਭਾ ਤੋਂ ਅਸਤੀਫਾ ਦੇਣ, ਲੋਕਾਂ ਦੇ ਨਾਲ ਸੜਕਾਂ ਦੇ ਵਿੱਚ ਆਉਣ। ਇਹ ਕਹਿੰਦੇ ਕਿ ਅਸੀਂ ਕਿਸਾਨਾਂ ਦੇ ਬੇਟੇ ਆ, ਕਿਸਾਨਾਂ ਦੇ ਬੇਟਿਆਂ ਦਾ ਕੰਮ। ਸੜਕਾਂ ਤੇ ਆਏ ਸੁਖਬੀਰ ਜੀ ਟਰੈਕਟਰ ਚਲਾ ਕੇ ਕਿਸਾਨਾਂ ਦੇ ਹੱਕ 'ਚ ਪ੍ਰੋਟੈਸਟ ਕਰ ਰਹੇ ਨੇ। ਦੇਖੋ, ਮਗਰਮੱਛ ਵਾਲੇ ਜਿਹੜੇ ਆਂਸੂ ਵਹਾਉਣ ਦਾ ਹੁਣ ਕੋਈ ਫਾਇਦਾ ਨਹੀਂਗਾ, ਉਹ ਸਮਾਂ ਨਿਕਲ ਚੁੱਕਾ ਹੈ। ਜੇ ਕਰਨਾ ਸੀ ਤਾਂ ਪਹਿਲਾਂ ਕਰਨਾ ਚਾਹੀਦਾ ਹੈ। ਇਸ ਕਰਕੇ ਹੁਣ ਤਾਂ ਇਹ ਦੇਖ ਰਹੇ ਨੇ ਕਿ ਅਸੀਂ ਆਪਦੀ ਹੋਂਦ ਕਿਵੇਂ ਬਣਾਈਏ। ਹੋਂਦ ਇਵੇਂ ਨਹੀਂ ਬਣਦੀ। ਹੁਣ ਤੁਹਾਡੇ ਕਈ ਜਰਨਲਿਸਟ, ਤੁਸੀਂ ਸਵਾਲ ਨਹੀਂ ਕੀਤਾ, ਮੈਂ ਹੀ ਦੱਸ ਦੇਣਾ ਤੁਹਾਨੂੰ। ਤੁਹਾਡੇ ਕਈ ਜਰਨਲਿਸਟ ਕਹਿੰਦੇ ਕਿ 2022 ਦੀਆਂ ਚੋਣਾਂ, ਅਸੀਂ 2022 ਦੀਆਂ ਚੋਣਾਂ ਨੂੰ ਨਹੀਂ ਦੇਖ ਰਹੇ, ਅਸੀਂ ਅੱਜ ਦੇ ਦਿਨ ਨੂੰ ਦੇਖ ਰਹੇ ਹਾਂ ਕਿ ਅੱਜ ਸਾਡੇ ਕਿਸਾਨਾਂ ਨਾਲ ਕੀ ਹੋਇਆ ਹੈ। 2022 ਦੀਆਂ ਚੋਣਾਂ ਉਂਝ ਤਾਂ ਹਲੇ 1.5 ਸਾਲ ਪਿਆ ਹੈ, ਉਦੋਂ ਕੀ ਹੋਣਾ ਕੀ ਨਹੀਂ ਹੋਣਾ ਦੇਖੀ ਜਾਊਗਾ। ਗੱਲ ਇਹ ਹੈ ਕਿ ਜੇ ਸਾਡੇ ਅੱਜ ਕਿਸਾਨ ਸਾਡਾ ਮਰ ਗਿਆ, ਸਾਡੇ ਘਰਾਂ ਦੇ ਵਿੱਚ ਰੋਟੀਆਂ ਨਾ ਪੱਕੀਆਂ ਤੇ ਕੌਣ ਜ਼ਿੰਮੇਵਾਰ ਹੋਏਗਾ? ਮੈਂ ਪੁੱਛਣਾ ਚਾਹੁੰਦਾ ਕਿ ਜੇ ਮੋਦੀ ਜੀ ਇੰਨੇ ਸਿਆਣੇ ਸੀ, ਜਾਂ ਜਦੋਂ ਬੈਠੇ ਸੀਗੇ ਹਰਸਿਮਰਤ, ਉਦੋਂ ਉਹਨਾਂ ਨੇ ਇੱਕ ਲਾਈਨ ਉਹਦੇ ਵਿੱਚ ਕਿਉਂ ਨਹੀਂ ਪਵਾ ਦਿੱਤੀ ਕਿ ਜਿਹੜੀ MSP ਇੱਥੋਂ ਹਟਾਈ ਨਹੀਂ ਜਾਊਗੀ, ਖਰੀਦ ਜਿਹੜੀ ਇਹਦੀ ਹਮੇਸ਼ਾ ਹੁੰਦੀ ਰਹੂਗੀ? ਉਹਨਾਂ ਦੇ ਦਿਮਾਗ ਦੇ ਵਿੱਚ ਹਮੇਸ਼ਾ ਹੀ ਡਰ ਸੀਗਾ। ਇਹ ਜਿਹੜੀ ਸਰਕਾਰ ਹੈਗੀ ਇਹ ਬਿਜ਼ਨਸਮੈਨਾਂ ਦੀ ਸਰਕਾਰ ਹੈ, ਕਿਸਾਨਾਂ ਦੀ ਸਰਕਾਰ ਨਹੀਂ ਹੈ। ਹਿੰਦੁਸਤਾਨ ਜਿਹੜਾ ਹੈਗਾ ਕਿਸਾਨਾਂ ਦੇ ਸਿਰ ਦੇ ਉੱਪਰ ਜਿਉਂਦਾ ਹੈਗਾ। ਇਸ ਕੰਟਰੀ ਦੇ ਵਿੱਚ 68% ਕਿਸਾਨ ਹੈਗਾ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਇਹ ਜਿਹੜਾ ਕੰਮ ਕਰਦੇ ਸਿਰਫ ਵੱਡੇ ਬਿਜ਼ਨਸਮੈਨਾਂ ਵਾਸਤੇ। ਜੇ ਕਰਜ਼ੇ ਮਾਫ ਕੀਤੇ ਤਾਂ ਵੱਡੇ ਬਿਜ਼ਨਸਮੈਨਾਂ ਦੇ, ਜੇ ਕੋਈ ਹੋਰ ਕੰਮ ਕੀਤਾ ਤਾਂ ਵੱਡੇ ਬਿਜ਼ਨਸਮੈਨਾਂ ਦਾ। ਜਦੋਂ ਕਾਂਗਰਸ ਦੀ ਸਰਕਾਰ ਸੀ ਸਰਦਾਰ ਮਨਮੋਹਨ ਸਿੰਘ ਤੇ ਸ਼੍ਰੀਮਤੀ ਸੋਨੀਆ ਗਾਂਧੀ ਦੀ, ਉਦੋਂ 70,000 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਕਿਸਾਨਾਂ ਦਾ ਮਾਫ ਕੀਤਾ ਗਿਆ ਸੀਗਾ। ਤੇ ਸ਼੍ਰੀਮਤੀ ਇੰਦਰਾ ਗਾਂਧੀ ਨੇ ਜਿਹੜੇ ਵੱਡੇ ਵੱਡੇ ਰਾਜ ਸੀ ਉਹਨਾਂ ਨੂੰ ਤੋੜ ਕੇ ਇੱਕ ਸਮਰਾਜ ਬਣਾਇਆ ਸੀ। ਇਸੇ ਕਰਕੇ ਬਣਾਇਆ ਸੀਗਾ ਕਿ ਸਾਰੇ ਸਮਾਨ ਹੋਣ, ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਹਿੰਦੁਸਤਾਨ ਇੱਕ ਹੋਵੇ। ਇਸ ਕਰਕੇ ਇਹਨਾਂ ਨੂੰ ਨਾ ਤਾਂ ਸਰਕਾਰ ਚਲਾਉਣੀ ਆਉਂਦੀ ਹੈ, ਨਾ ਇਹਨਾਂ ਨੂੰ ਪਤਾ ਹੈ। ਇਹ ਤਾਂ ਸਿਰਫ ਲੜਾਈ ਝਗੜਾ ਕਰ ਸਕਦੇ ਨੇ। ਇਹਨਾਂ ਦਾ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਇਹਨਾਂ ਦਾ ਵਿਜ਼ਨ ਜਿਹੜਾ ਹੈ ਪੋਲਿਟਿਕਸ ਹੈ। ਕੀ ਵਿਜ਼ਨ ਪੋਲਿਟਿਕਸ ਹੈ? ਕਿ ਗੋਆ ਦੀ ਸਰਕਾਰ ਤੋੜ ਦੇਣਾ, ਮੱਧ ਪ੍ਰਦੇਸ਼ ਦੀ ਸਰਕਾਰ ਤੋੜ ਦੇਣਾ, ਕਦੇ ਰਾਜਸਥਾਨ ਦੀ ਸਰਕਾਰ ਨੂੰ ਹੱਥ ਪਾ ਲੈਣਾ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜੇ ਤੁਹਾਡਾ ਵਿਜ਼ਨ ਹੈਗਾ ਕਿ ਡਿਵੈਲਪਮੈਂਟ, ਇਹ ਮੈਨੂੰ ਦੱਸ ਦੇਣ ਕਿ ਕੀ ਡਿਵੈਲਪਮੈਂਟ ਕਰਾਈ ਇਹਨਾਂ ਨੇ ਦੇਸ਼ ਦੇ ਵਿੱਚ। ਕੁਲਬੀਰ ਜੀ, ਤੁਹਾਨੂੰ ਕੀ ਲੱਗਦਾ ਅੱਜ ਸੁਖਬੀਰ ਟਰੈਕਟਰ ਚਲਾ ਕੇ ਕਹਿੰਦੇ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਅਸਤੀਫਾ ਦੇਤਾ, ਗੱਠਜੋੜ ਵੀ ਤੋੜ ਦਾਂਗੇ? ਉਹ ਸੁਖਬੀਰ ਜੀ ਕਹਿ ਰਹੇ ਸੀ ਕਿ ਕਦੀ ਟਰੱਕ ਭਰ ਕੇ ਆਉਣਗੇ, ਕਦੀ ਟਰਾਲੀਆਂ ਭਰ ਕੇ ਆਉਣਗੇ, ਕਦੇ ਗੱਡੇ ਭਰ ਕੇ ਆਉਣਗੇ। ਹੁਣ ਕੀ ਤੁਹਾਨੂੰ ਲੱਗਦਾ ਕਿ ਪਹਿਲਾਂ ਕੀ ਮਜਬੂਰੀ ਸੀ ਤੇ ਹੁਣ ਕੀ ਮਜਬੂਰੀ ਜੀ? ਗੱਲ ਇਹ ਹੈ ਜਗਤਾਰ ਜੀ, ਜਿਹੜੀ ਤੁਸੀਂ ਗੱਲ ਕੀਤੀ, ਸੁਖਬੀਰ ਸਿੰਘ ਬਾਦਲ ਨੂੰ ਲੋਕ ਬੜੀ ਚੰਗੀ ਤਰ੍ਹਾਂ ਜਾਣਦੇ ਨੇ। ਸੁਖਬੀਰ ਸਿੰਘ ਬਾਦਲ ਦਾ ਨਾਂ ਲੋਕਾਂ ਨੇ ਸੁੱਖਾ ਗੱਪੀ ਪਾਇਆ।
ਔਰ ਮੈਂ ਇਹ ਗੱਲ ਕਹਿਣਾ ਕਿ ਸੁਖਬੀਰ ਸਿੰਘ ਬਾਦਲ ਜੀ ਜਿਹੜਾ 1-2 ਕਿਲੋਮੀਟਰ ਟਰੈਕਟਰ ਚਲਾਇਆ ਗੱਲ ਨਹੀਂ ਬਣਨੀ। ਜੇ ਵਾਕਈ ਹੀ ਤੁਸੀਂ ਕਿਸਾਨਾਂ ਦੇ ਹਿਤੈਸ਼ੀ ਹੋ ਤੇ ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲ ਜ਼ਰੂਰ ਯਾਦ ਹੋਣੀ ਚਾਹੀਦੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾ ਇਲੈਕਸ਼ਨ ਜਿਹੜਾ ਸੀ ਉਹ 2 ਬਲਦਾਂ ਦੀ ਜੋੜੀ ਦੇ ਨਿਸ਼ਾਨ ਦੇ ਉੱਤੇ ਲੜਿਆ ਸੀ ਔਰ ਕਿਸਾਨੀ ਦੇ ਨਾਂ ਤੇ ਇਹਨਾਂ ਨੇ ਲੋਕਾਂ ਨੂੰ ਜਿਹੜਾ ਸੀ ਲੰਮਾ ਸਮਾਂ ਲੁੱਟਿਆ ਔਰ ਉਹਨਾਂ ਦੇ ਨਾਲ ਧਾਰਮਿਕ ਤੇ ਵੀ ਇਹਨਾਂ ਨੇ ਕਬਜ਼ਾ ਕੀਤਾ। ਚਾਹੇ ਅਸੀਂ SGPC ਦੀ ਗੱਲ ਕਰ ਲਈਏ ਔਰ ਮੈਂ ਕਹਿੰਦਾ ਸੁਖਬੀਰ ਜੇ ਵਾਕਈ ਕਿਸਾਨ ਦਾ ਪੁੱਤਰ ਹੈ, ਜੇ ਵਾਕਈ ਜੱਟ ਹੈ ਤੇ ਮੈਂ ਤੇ ਸੁਖਬੀਰ ਮੈਂ ਟਰੈਕਟਰ ਜੀਰਿਓਂ ਲੈ ਕੇ ਚੱਲੂੰਗਾ, ਸੁਖਬੀਰ ਆਪਦਾ ਬਾਦਲ ਤੋਂ ਲੈ ਕੇ ਚੱਲੇ। ਜੇ ਦਿੱਲੀ ਤੱਕ ਪਹੁੰਚ ਗਿਆ ਆਪ ਟਰੈਕਟਰ ਚਲਾ ਕੇ ਤੇ ਫਿਰ ਮੈਂ ਵਾਕਈ ਸਮਝਾਂਗਾ ਕਿ ਜਿਹੜਾ ਸੁਖਬੀਰ ਬਾਦਲ ਉਹ ਇੱਕ ਜੱਟ ਦਾ ਪੁੱਤਰ ਆ। ਤੁਹਾਨੂੰ ਲੱਗਦਾ ਕਿ ਡਰਾਮਾ ਹੀ ਆ ਸਾਰੇ? ਇਹ ਸਿਰਫ ਡਰਾਮਾ ਹੈ। ਔਰ ਅੱਜ ਜੋ ਅੱਜ ਕਿਸਾਨਾਂ ਦੇ ਉੱਪਰ ਇਹਨਾਂ ਨੇ ਜਿਹੜਾ ਬਿੱਲ ਜਿਹੜਾ ਜਾਰੀ ਕੀਤਾ ਇਹ ਉਹਨਾਂ ਦੀ ਭਾਈਵਾਲ ਪਾਰਟੀ ਹੈ BJP ਅਕਾਲੀ ਦਲ ਔਰ ਅੱਜ ਇਹ ਧਰਨੇ ਲਾ ਰਹੇ ਨੇ। ਔਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਕਿ ਅੱਜ ਸਾਡੇ ਕਾਂਗਰਸ ਪਾਰਟੀ ਦੇ ਵਰਕਰ ਅਸੀਂ ਕਿਸਾਨਾਂ ਦੇ ਨਾਲ ਅਸੀਂ ਉਹਨਾਂ ਦੀ ਹਮਾਇਤ ਕੀਤੀ, ਉਹਨਾਂ ਦੇ ਧਰਨਿਆਂ 'ਚ ਸਾਡੇ ਵਰਕਰ ਪਹੁੰਚੇ ਔਰ ਇਹਨਾਂ ਨੂੰ ਕੀ ਐਡਾ ਚਾਅ ਚੜਿਆ ਸੀਗਾ ਬਈ ਕਿ ਜਦੋਂ ਉਹਨਾਂ ਨੇ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਨੇ ਅੱਜ 25 ਨੂੰ ਕਿਹਾ ਕਿ ਅਸੀਂ ਪੰਜਾਬ ਬੰਦ ਕਰਾਂਗੇ, ਅਸੀਂ ਭਾਰਤ ਬੰਦ ਕਰਾਂਗੇ, ਤਾਂ ਉਹਦੇ ਵਿੱਚ ਇਹਨਾਂ ਨੂੰ ਚਾਹੀਦਾ ਸੀ ਕਿ ਉਹਨਾਂ ਧਰਨਿਆਂ ਦੇ ਵਿੱਚ ਜਾ ਕੇ ਇਸ ਗੱਲ ਨੂੰ ਸਪਸ਼ਟ ਕਰਦੇ ਕਿ ਸਾਡਾ BJP ਪਾਰਟੀ ਨਾਲ ਕੋਈ ਨਾਤਾ ਨਹੀਂਗਾ। ਔਰ ਉਹਦੀ ਬਜਾਏ ਅੱਜ ਇਹਨਾਂ ਨੇ ਇਸ ਗੱਲ ਇਹ ਸਪਸ਼ਟ ਹੋ ਗਈ ਕਿ ਜੋ ਕੁਝ ਕਰਦੇ ਨੇ ਮੋਦੀ ਦੇ ਕਹਿਣੇ ਤੇ ਕਰਦੇ ਨੇ। ਅੱਜ ਇਹਨਾਂ ਨੇ ਕਿਸਾਨਾਂ ਦੇ ਲਗਾਏ ਹੋਏ ਧਰਨਿਆਂ ਨੂੰ ਉਹਨਾਂ 'ਚ ਵਿਘਨ ਪਾਉਣ ਲਈ ਇਹਨਾਂ ਨੇ ਐਲਾਨ ਕੀਤਾ ਕਿ ਅਸੀਂ 11 ਵਜੇ ਤੋਂ ਲੈ ਕੇ 2 ਵਜੇ ਤੱਕ ਅਸੀਂ ਧਰਨੇ ਲੱਗ ਲਾਵਾਂਗੇ, ਜਦੋਂ ਕਿ ਕਿਸਾਨਾਂ ਨੇ 9 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਜਿਹੜਾ ਸੀ ਕਿਹਾ ਸੀ ਅਸੀਂ ਬੰਦ ਕਰਾਂਗੇ। ਅਸੀਂ ਇਸ ਗੱਲ ਦਾ ਸਮਰਥਨ ਵੀ ਦਿੱਤਾ ਕਿ ਅਸੀਂ ਉਹਨਾਂ ਦੇ ਨਾਲ ਹਾਂ, ਪਰ ਇਹਨਾਂ ਨੇ ਅੱਜ ਇਹ ਸ਼ੋਅ ਕਰ ਦਿੱਤਾ ਕਿ ਅਸੀਂ ਕਿਸਾਨਾਂ ਦੇ ਨਾਲ ਨਹੀਂ, ਅਸੀਂ ਮੋਦੀ ਦੇ ਨਾਲ ਹਾਂ। ਇਹ ਆਪਦਾ ਸਟੈਂਡ ਜਿਹੜਾ ਉਹ ਸਪਸ਼ਟ ਕਰਨਾ। ਲੱਗਦਾ ਕਿ ਤਾਰਪੀੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬਿਲਕੁਲ ਬਿਲਕੁਲ, ਕਿਉਂਕਿ ਮੈਨੂੰ ਇੱਕ ਗੱਲ ਦੱਸੋ ਕਿ 9 ਤੋਂ 4 ਜਦੋਂ ਕਿਸਾਨ ਜਥੇਬੰਦੀਆਂ ਨੇ ਟਾਈਮ ਦਿੱਤਾ ਹੈ ਤੇ ਫਿਰ ਉਹਦੇ ਵਿੱਚ ਸਾਡਾ ਦੂਜੀਆਂ ਪਾਰਟੀਆਂ ਦਾ ਮਤਲਬ ਨਹੀਂ ਬਣਦਾਗਾ ਕਿ ਅਸੀਂ ਆਪਦਾ ਵੱਖਰੇ ਪ੍ਰੋਗਰਾਮ ਕਰੀਏ। ਔਰ ਮੈਂ ਗੱਲ ਕਹਿੰਦਾ ਕਿ ਜੇ ਬਾਕੀ ਸਾਰੀਆਂ ਪਾਰਟੀਆਂ ਨੇ, ਚਾਹੇ ਕੋਈ ਵੀ ਕਿਸੇ ਪਾਰਟੀ ਦਾ ਵਰਕਰ ਆ, ਚਾਹੇ ਕੋਈ ਲੀਡਰ ਆ, ਅੱਜ ਸਾਰਿਆਂ ਨੇ ਇਹ ਗੱਲ ਕਿਹਾ ਕਿ ਅਸੀਂ ਕਿਸਾਨ ਆ, ਕਿਸਾਨ ਦੇ ਪੁੱਤਰ ਆ, ਅਸੀਂ ਖੇਤੀਬਾੜੀ ਬਾਰੇ, ਕਿਉਂਕਿ ਜੇ ਕਿਸਾਨ ਜਿਹੜਾ ਕਿ ਅੰਨਦਾਤਾ ਹੈ, ਜੇ ਅੰਨਦਾਤਾ ਕਾਇਮ ਹੋਏਗਾ ਉਹਦੇ ਕੋਲ 4 ਪੈਸੇ ਹੋਣਗੇ, ਉਹ ਤਾਂ ਹੋਣਗੇ ਕਿ ਜੇ ਇਹ ਬਿੱਲ ਜਿਹੜਾ ਵਾਪਸ ਲਿਆ ਜਾਵੇ। ਅੱਜ ਪੰਜਾਬ ਦਾ ਕਿਸਾਨ ਜਿਹੜਾ ਉਹ ਇੱਕ ਖੁਸ਼ਹਾਲ ਕਿਸਾਨ ਗਿਣਿਆ ਜਾਂਦਾ ਸੀ, ਅੱਜ ਬਿਹਾਰ ਦਾ ਕਿਸਾਨ ਵੇਖ ਲਓ, ਬਿਹਾਰ ਦਾ ਕਿਸਾਨ ਤੇ ਪੰਜਾਬ ਦੇ ਕਿਸਾਨ ਦਾ ਜਿਹੜਾ ਹੈ ਕਿ ਉਹ ਲੱਖਾਂ ਕੋਹਾਂ ਦਾ ਜਿਹੜਾ ਕਿ ਉਹ ਮੇਲ ਆ। ਇੱਕ ਪੰਜਾਬ ਦਾ ਕਿਸਾਨ ਇੱਕ ਰਾਜਾ ਕਹਾਉਣ ਵਾਲਾ ਕਿਸਾਨ ਸੀ ਜਿਹੜਾ ਕਿ ਇਹਨਾਂ ਨੇ ਮਜ਼ਦੂਰ ਬਣਾਉਣ ਤੇ ਮਜਬੂਰ ਕਰ ਦਿੱਤਾ। ਪਰ ਇਹ ਜਿਹੜਾ ਕਾਲਾ ਬਿੱਲ ਇਹਨਾਂ ਨੇ ਜਾਰੀ ਕੀਤਾ ਇਹ ਅਸੀਂ ਬਿਲਕੁਲ ਜਾਰੀ ਨਹੀਂ ਹੋਣ ਦਿਆਂਗੇ। ਅਸੀਂ ਘਰ ਘਰ ਤੱਕ ਹਰੇਕ ਵਰਕਰ ਦੇ ਜਿਹੜੇ ਆ ਅਸੀਂ ਇਹੋ ਜਿਹੀ ਮੁਹਿੰਮ ਚਲਾਵਾਂਗੇ ਕਿ ਇਹਨਾਂ ਨੂੰ ਜਿਹੜਾ ਬਿੱਲ ਜਿਹੜਾ ਕਿ ਇਹ ਵਾਪਸ ਕਰਾ ਕੇ ਅਸੀਂ ਹਟਾਂਗੇ। ਇਹ ਸਾਡਾ ਜਿਹੜਾ ਕਿ ਕਿਉਂਕਿ ਇਹ ਕਿਸਾਨਾਂ ਦੇ ਨਾਲ ਇਹ ਵਾਅਦਾ ਹੈ, ਕਿਉਂਕਿ ਅਸੀਂ ਰਾਜਨੀਤੀ ਨਹੀਂ ਕਰਦੇ, ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਰ ਤਰ੍ਹਾਂ ਜਿਹੜਾ ਕੋਈ ਆਪਦੇ ਬਿਨਾਂ ਨਿਸ਼ਾਨ ਤੋਂ ਬਿਨਾਂ ਝੰਡੇ ਤੋਂ ਜਿੱਥੇ ਕਿਸਾਨ ਯੂਨੀਅਨਾਂ ਜਿੱਥੇ ਕਹਿਣਗੇ ਕਿਸਾਨ ਭਰਾ ਅਸੀਂ ਉਹਨਾਂ ਨਾਲ ਹਰੇਕ ਤਰ੍ਹਾਂ ਹਰੇਕ ਜਗ੍ਹਾ ਤੇ ਜਾ ਕੇ ਧਰਨਾ ਲਾਉਣ ਲਈ ਵੀ ਤਿਆਰ ਹਾਂ। ਮੋਦੀ ਸਰਕਾਰ ਕਰੀ ਕਿਸਾਨਾਂ ਦੀ ਆਮਦਨ ਦੁੱਗਣੀ ਹੋਊਗੀ ਜੀ, ਸਾਰਿਆਂ ਦਾ ਵਿਕਾਸ ਹੋਊਗਾ। ਤਾਂ ਲੱਗਦਾ ਕਿ ਆਮਦਨ ਦੁੱਗਣੀ ਹੋਏਗੀ, ਸਾਰਿਆਂ ਦਾ ਵਿਕਾਸ ਹੋਊਗਾ। ਗੱਲ ਇਹ ਜੀ, ਇੱਕ ਚਾਹ ਵੇਚਣ ਵਾਲੇ ਨੂੰ ਕੀ ਪਤਾ ਕਿ ਕਿਸਾਨੀ ਕੀ ਹੁੰਦੀ ਹੈ? ਚਾਹ ਵੇਚਣ ਵਾਲੇ ਨੂੰ ਕਣਕ ਦਾ ਭਾਅ ਕੀ ਪਤਾ? ਚਾਹ ਵੇਚਣ ਵਾਲੇ ਦਾ ਤਾਂ ਇੱਕ ਸਿਰਫ ਸੀਗਾ ਕਿ ਉਹਦਾ ਇੱਕ ਜੁਗਾੜ ਲੱਗ ਗਿਆ, ਤੁੱਕਾ ਲੱਗ ਗਿਆ ਕਿ ਚਾਹ ਵੇਚਣ ਵਾਲਾ ਅੱਜ ਜਿਹੜਾ ਪ੍ਰਧਾਨ ਮੰਤਰੀ ਬਣ ਗਿਆ। ਇਸ ਕਰਕੇ ਮੈਂ ਗੱਲ ਕਹਿੰਦਾ ਕਿ ਜਿਹੜਾ ਬੰਦਾ ਆਪਦੀ ਮਾਂ ਦਾ ਨਹੀਂ ਹੋਇਆ, ਜਿਹੜਾ ਬੰਦਾ ਆਪਦੀ ਘਰ ਵਾਲੀ ਦਾ ਨਹੀਂ ਹੋਇਆ, ਇਹ ਸਿਰਫ ਇੱਕ ਬਿਜ਼ਨਸਮੈਨਾਂ ਦਾ, ਅੰਬਾਨੀ ਦਾ, ਅਡਾਨੀ ਦਾ, ਇਹ ਉੱਥੋਂ ਤੱਕ ਸੀਮਤ ਆ ਬਿਜ਼ਨਸਮੈਨਾਂ ਤੱਕ। ਇਹਨੂੰ ਕਿਸਾਨਾਂ ਨਾਲ ਕੋਈ ਨਹੀਂ, ਕੋਈ ਇਹਨੂੰ ਕਿਸਾਨਾਂ ਦਾ ਦਰਦ ਨਹੀਂ ਗਾ। ਆਪਣੇ ਪਿੰਕੀ ਸਾਹਿਬ ਜਿੱਦਾਂ ਕਿ 68% ਜਿਹੜੇ ਕਿਸਾਨ ਨੇ ਵੋਟਾਂ ਤੇ ਉਹਨਾਂ ਨੇ ਪਾਈਆਂ ਨੇ ਤੇ ਕਿ ਬਿਜ਼ਨਸਮੈਨਾਂ ਨੇ ਪਾਈਆਂ ਨੇ ਸਰਕਾਰ ਨੂੰ। ਦੇਖੋ ਗੱਲ ਇਹ ਹੈ ਕਿ ਮੈਂ ਤਾਂ ਤੁਹਾਨੂੰ ਦੱਸ ਰਿਹਾ ਕਿ ਮੈਕਸਿਮਮ ਜਿਹੜੀ ਵੋਟਿੰਗ ਹੁੰਦੀ ਹੈ ਉਹ ਪਿੰਡਾਂ 'ਚੋਂ ਹੀ ਹੁੰਦੀ ਹੈ। ਦੂਸਰਾ ਇਹ ਹੈ ਕਿ ਵੋਟ ਤਾਂ ਹਰੇਕ ਹੀ ਬੰਦਾ। ਅਗਰ ਤੁਸੀਂ ਸਰਕਾਰ ਬਣ ਗਈ ਤਾਂ ਤੁਹਾਨੂੰ ਸਭ ਦੀ ਗੱਲ ਸੁਣਨੀ ਚਾਹੀਦੀ। ਤੁਸੀਂ ਗੱਲ ਕਰ ਰਹੇ ਸੀ ਅਕਾਲੀ ਦਲ ਦੀ, ਜਿੰਨਾ ਅਕਾਲੀ ਦਲ ਨੇ ਨੁਕਸਾਨ ਕੀਤਾ ਪੰਜਾਬ ਦਾ ਐਡਾ ਵੱਡਾ ਨੁਕਸਾਨ ਕਿਸੇ ਨੇ ਨਹੀਂ ਕੀਤਾ। ਤੁਸੀਂ ਪਿਛੋਕੜ ਦੇਖ ਲਓ, ਜਦੋਂ SYL ਦੀ ਗੱਲ ਹੋਈ ਸੀਗੀ, SYL ਦੇ ਉੱਪਰ ਕਿਹਨੇ ਪੈਸੇ ਲਏ ਸੀ? ਚੌਧਰੀ ਦੇਵੀ ਲਾਲ ਜੀ ਤੋਂ। ਕਿਉਂ ਰੌਲਾ ਪਿਆ ਸੀ? ਅੱਜ ਵੀ ਉਹ ਚੱਲ ਰਿਹਾ। ਇਸ ਕਰਕੇ ਜਿਹੜਾ ਅਕਾਲੀ ਦਲ ਹੈ ਪੋਲਿਟਿਕਸ ਕਰਦਾ ਹੈ, ਸਿਰਫ ਆਪਦੇ ਵਾਸਤੇ ਕਰਦਾ। ਕਿਸਾਨਾਂ ਦਾ ਤਾਂ ਨਾਮ ਯੂਜ਼ ਕਰਦਾ ਹੈ, SGPC ਦਾ ਨਾਮ ਯੂਜ਼ ਕਰਦਾ ਹੈ। ਮੈਂ ਪੁੱਛਣਾ ਚਾਹੁੰਦਾ ਕਿ ਅੱਜ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਧਰਨੇ ਦਿੱਤੇ ਨੇ, ਉਹ ਕਹਿੰਦੇ ਜੀ ਅਸੀਂ ਬਾਈਕਾਟ ਕਰ ਰਹੇ ਹਾਂ। ਉਹਨਾਂ ਨੂੰ ਜੇ ਇੰਨੇ ਹੀ ਸਿਆਣੇ ਸੀਗੇ ਬਾਈਕਾਟ ਕਰ ਰਹੇ, ਸਾਰੇ ਹਿੰਦੁਸਤਾਨ ਨੇ ਕਿਹਾ ਵੀ ਅਸੀਂ ਕਿਸਾਨਾਂ ਦਾ ਸਾਥ ਦਿੰਦੇ ਹਾਂ। ਉਹਨਾਂ ਨੂੰ ਚਾਹੀਦਾ ਸੀ ਸਪਸ਼ਟ ਕਰ ਦੇਣਾ ਚਾਹੀਦਾ ਸੀ ਕਿ ਅਸੀਂ NDA ਛੱਡਤੀ। ਅਗਰ ਮੈਂ ਉਹਨਾਂ ਦੀ ਜਗ੍ਹਾ 'ਤੇ ਹੁੰਦਾ ਅੱਜ
ਤੇ ਮੈਂ ਬਿਲਕੁਲ ਕਹਿ ਦਿੰਦਾ ਕਿ ਮੈਂ ਐਨਡੀਏ ਛੱਡਤੀ। ਮੈਂ ਤਾਂ ਅੱਗੇ ਤੱਕ ਦੀ ਗੱਲ ਕਹਿੰਦਾ ਵੀ ਮੈਂ ਤਾਂ ਜਿਹੜਾ ਲੋਕ ਸਭਾ ਤੋਂ ਵੀ ਅਸਤੀਫਾ ਦਿੱਤਾ। ਲੋਕਾਂ ਦੇ ਮਨਾਂ 'ਚ ਵਸਣ ਵਾਲੀ ਗੱਲ ਹੁੰਦੀ, ਜਿਨ੍ਹਾਂ ਲੋਕਾਂ ਨੇ ਤੁਹਾਨੂੰ 40-50 ਸਾਲ ਇੰਨਾ ਪਿਆਰ ਤੇ ਸਤਿਕਾਰ ਦਿੱਤਾ, ਅੱਜ ਉਹਨਾਂ ਦੇ ਨਾਲ ਖੜੇ ਹੋਣਾ ਚਾਹੀਦਾ ਸੀਗਾ। ਇਹ ਬਿਲਕੁਲ ਖੜੇ ਨਹੀਂ, ਪੰਜਾਬ ਦੇ ਲੋਕ ਜਾਣਦੇ ਨੇ। ਇਸ ਕਰਕੇ ਇਹ ਸਿਰਫ ਜਿਹੜਾ ਇਹ ਚੱਲ ਰਿਹਾ ਹੈ ਬੀਜੇਪੀ ਦੇ ਨਾਲ ਮਿਲ ਕੇ ਚੱਲ ਰਹੇ ਨੇ, ਐਵੇਂ ਜਿਹੜਾ ਇਹ ਮਗਰਮੱਛਾਂ ਦੇ ਆਂਸੂ ਬਹਾਰੇ ਨੇ। ਇਸ ਕਰਕੇ ਸਾਰਾ ਪੰਜਾਬ ਜਾਣਦਾ ਹੈ, ਜਿਹੜਾ ਕਿਸਾਨ ਹੈ, ਜੇ ਕਿਸਾਨੀ ਮਰ ਗਈ ਤਾਂ ਮੈਂ ਸਮਝਦਾ ਕਿ ਹਿੰਦੁਸਤਾਨ ਮਰ ਗਿਆ। ਇਸ ਕਰਕੇ ਮੋਦੀ ਜੀ ਨੂੰ ਪੁੱਛੋ ਕਿ ਕਣਕ ਦਾ ਬੀਜ ਕਿੰਨਾ ਪੈਂਦਾ 1 ਏਕੜ 'ਚ, ਉਹ ਮੈਨੂੰ ਇਹ ਦੱਸ ਦੇਣ ਕਿ ਕਣਕ ਦਾ ਬੀਜ ਕਿੰਨਾ ਪੈਂਦਾ। ਉਹ ਮੈਨੂੰ ਦੱਸ ਦੇਣ ਝੋਨਾ ਜਿਹੜਾ ਹੈਗਾ ਕਿਵੇਂ ਲੱਗਦਾ, ਝੋਨੇ ਦੀ ਪਨੀਰੀ ਜਿਹੜੀ ਹੈਗੀ ਹੈ ਉਹ 1 ਕਿੱਲੇ ਦੇ ਵਿੱਚ ਕਿੰਨੇ ਮਰਲੇ ਪੈਂਦੀ ਹੈ, ਉਹ ਇਹ ਨਹੀਂ ਦੱਸ ਸਕਦੇ। ਇਹ ਆਪਦੇ ਆਪ ਹੀ ਉੱਥੇ ਬੈਠ ਕੇ ਫੈਸਲੇ ਲਈ ਜਾ ਰਹੇ ਨੇ। ਹਿੰਦੁਸਤਾਨ ਜਿਹੜਾ ਹੈਗਾ ਕਿਸਾਨਾਂ ਦਾ ਹਿੰਦੁਸਤਾਨ ਹੈ। ਇਹ ਜਿਹੜਾ ਕਾਲਾ ਬਿੱਲ ਲਿਆਂਦਾ ਇਹਨੂੰ ਬਿਲਕੁਲ ਅਸੀਂ ਵਾਪਸ ਕਰਕੇ ਹਟਾਂਗੇ। ਬਿਲਕੁਲ ਕੋਈ ਘਬਰਾਉਣ ਦੀ ਲੋੜ ਨਹੀਂ। ਜਿੱਦਾਂ ਸਾਡੀ ਗਵਰਨਮੈਂਟ ਆ ਗਈ ਉਦੋਂ ਬਿੱਲ ਵੀ ਵਾਪਸ ਹੋ ਜਾਣਗੇ, ਪਰ ਉਸ ਤੋਂ ਪਹਿਲਾਂ ਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਕਾਲਾ ਬਿੱਲ ਲਿਆਂਦਾ ਹੈ ਇਹਨੂੰ ਵਾਪਸ ਕਰਾ ਕੇ ਹਟਾਂਗੇ। ਜਿਹੜੀ ਮਰਜ਼ੀ ਸਾਨੂੰ ਲੜਾਈ ਲੜਨੀ ਪਏ ਅਸੀਂ ਲੜਾਈ ਲੜਾਂਗੇ, ਕਿਉਂਕਿ ਹਿੰਦੁਸਤਾਨ ਦੇ ਪੰਜਾਬੀ ਲੋਕ ਉਹਨਾਂ ਨੇ ਹਮੇਸ਼ਾ ਅਣਖ ਦੀ ਲੜਾਈ ਲੜੀ ਹੈ। ਇੱਥੇ ਤਾਂ ਗੋਰੇ ਆਏ ਸੀ, ਗੋਰਿਆਂ ਦੀ ਪਰਵਾਹ ਨਹੀਂ ਕੀਤੀ, ਗੋਰਿਆਂ ਨੂੰ ਦੇਸ਼ 'ਚ ਬਾਹਰ ਕੱਢ ਕੇ ਮਾਰਿਆ ਸੀਗਾ। ਇਹ ਕਿਹੜੇ ਬਾਗ ਦੀ ਮੂਲੀ ਨੇ? ਅਸੀਂ ਸਾਰੇ ਕਿਸਾਨੀ ਦੇ ਨਾਲ ਇਕੱਠੇ ਹਾਂ। ਇਸ ਕਰਕੇ ਜਿਹੜਾ ਕਾਲਾ ਬਿੱਲ ਹੈ ਇਹ ਵਾਪਸ ਹੋਏਗਾ, ਜ਼ਰੂਰ ਹੋਏਗਾ। ਕੁਲਬੀਰ ਜੀ, ਜਦੋਂ ਪਹਿਲਾਂ ਜੂਨ ਮਹੀਨੇ ਦੇ ਵਿੱਚ ਆਰਡੀਨੈਂਸ ਪਾਸ ਉਦੋਂ ਤੋਂ ਲੈ ਕੇ ਅਕਾਲੀ ਦਲ ਵਕਾਲਤ ਕਰਦਾ ਰਿਹਾ, ਫਿਰ ਅਚਾਨਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆ ਕੇ ਵੀ ਕਹਿੰਦੇ ਨੇ ਕਿ ਬਿੱਲ ਬਹੁਤ ਵਧੀਆ ਨੇ, ਭਲਾ ਹੋਏਗਾ। ਫਿਰ ਜੂ ਟਰਨ ਲੈ ਲੈਂਦੇ ਨੇ ਅਕਾਲੀ ਦਲ। ਤੁਹਾਨੂੰ ਲੱਗਦਾ ਕਿ ਹੁਣ ਕੱਲ੍ਹ ਸੁਖਬੀਰ ਜੀ ਕਹਿ ਰਹੇ ਕਿ ਜੂ ਟਰਨ ਇਸ ਅਕਾਲੀਆਂ ਦਾ ਤਾਂ ਬੈਗੇਅਰ ਨਹੀਂ ਹੈਗਾ, ਇਹ ਤਾਂ ਅੱਗੇ ਵਧੀਦਾ ਹੈਗਾ। ਹੁਣ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਵਾਰ ਫਿਰ ਆਪਣਾ ਸਟੈਂਡ ਸਪਸ਼ਟ ਕਰ ਦੇਣਾ ਚਾਹੀਦਾ ਹੈਗਾ। ਗੱਲ ਇਹ ਕਿ ਪ੍ਰਕਾਸ਼ ਸਿੰਘ ਬਾਦਲ ਜੀ ਦੀ ਜਿਹੜੀ ਉਮਰ ਆ ਉਹ ਬਹੁਤ ਜ਼ਿਆਦਾ ਹੋ ਗਈ। ਉਹ ਅਸਲ 'ਚ ਇੱਕ ਸਿਆਸੀ ਲੀਡਰ ਨੇ ਜਿਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਖਤਮ ਕਰਕੇ ਰੱਖ ਦਿੱਤਾ। ਔਰ ਮੈਂ ਗੱਲ ਕਹਾਂਗਾ ਕਿ ਅੱਜ ਪ੍ਰਕਾਸ਼ ਸਿੰਘ ਬਾਦਲ ਜੀ ਵੀ ਇਸ ਗੱਲ ਦੇ ਉੱਪਰ ਚੁੱਪ ਨੇ, ਔਰ ਸੁਖਬੀਰ ਸਿੰਘ ਬਾਦਲ ਜਿਹੜਾ ਹੈ ਉਹ ਇੱਕ ਵਿਖਾਵਾ ਕਰ ਰਿਹਾ ਹੈ। ਔਰ ਅੱਜ ਵੀ ਜਿਹੜਾ ਇਹਨਾਂ ਨੇ ਧਰਨਾ ਲਾਇਆ, ਲੱਗ ਲਾਉਣ ਦਾ ਮਤਲਬ ਕੀ ਸੀਗਾ ਕਿ ਇੱਕ ਬੀਜੇਪੀ ਨੂੰ ਮੈਸੇਜ ਆਵੇ ਕਿ ਅਸੀਂ ਅੱਜ ਵੀ ਤੁਹਾਡੇ ਨਾਲ ਹਾਂ ਤੇ ਕਿਸਾਨਾਂ ਦੇ ਖਿਲਾਫ ਹਾਂ। ਔਰ ਇਹ ਕਿਉਂ ਕੀਤਾ? ਇਹ ਇਸ ਕਰਕੇ ਕੀਤਾ ਕਿਉਂਕਿ ਅਜੇ ਤੱਕ ਚਾਹੇ ਅਸੀਂ ਬਰਗਾੜੀ ਦੀ ਇਨਕੁਆਇਰੀ ਦੀ ਗੱਲ ਕਰ ਲਈਏ, ਚਾਹੇ ਨਸ਼ਿਆਂ ਦੇ ਮੁੱਦੇ ਤੇ ਗੱਲ ਕਰ ਲਈਏ, ਕਿਉਂਕਿ ਇਹ ਮੋਦੀ ਦਾ ਸਹਾਰਾ ਲੈ ਕੇ ਉਹਦੇ ਤੋਂ ਬਚਦੇ ਆਉਂਦੇ ਸੀ। ਅੱਜ ਵੀ ਇਸੇ ਗੱਲ ਤੋਂ ਡਰਦੇ ਧਰਨੇ ਲਾ ਰਹੇ ਨੇ ਕਿ ਇਹਨਾਂ ਨੂੰ ਇਹ ਹੈ ਕਿ ਜੇ ਅਸੀਂ ਤੋੜ ਵਿਛੋੜਾ ਕਰ ਲਿਆ ਬੀਜੇਪੀ ਨਾਲ, ਤੇ ਤੁਸੀਂ ਵੇਖਿਆ ਜੇ ਜਿਹੜਾ ਮੋਦੀ ਇਹਨਾਂ ਨੂੰ ਬਚਾਈ ਆਉਂਦਾ ਸੀ ਉਹਨੇ ਉੱਦਾਂ ਹੀ ਫੜ ਕੇ ਜਿਹੜਾ ਬਿਕਰਮਜੀਤ ਮਜੀਠੀਏ ਨੂੰ ਵੀ ਅੰਦਰ ਦੇ ਦੇਣਾ। ਉਹਨੇ ਉੱਦਾਂ ਹੀ ਫੜ ਕੇ ਜਿਹੜਾ ਹੈ ਕਿ ਇਹਨੂੰ ਸੁਖਬੀਰ ਸਿੰਘ ਬਾਦਲ ਨੂੰ ਵੀ ਅੰਦਰ ਦੇਣਾ ਹੈ। ਇਸ ਕਰਕੇ ਅੱਜ ਇਹਨਾਂ ਨੇ ਕਿਸਾਨਾਂ ਦਾ ਜਿਹੜਾ ਵਿਰੋਧ ਕੀਤਾ। ਮੈਂ ਇਸ ਗੱਲ ਦੀ ਜਿਹੜੀ ਆ ਕਿ ਇਹਨਾਂ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਸੁਖਬੀਰ ਸਿੰਘ ਬਾਦਲ ਜੀ ਆਪਦਾ ਸਟੈਂਡ ਸਪਸ਼ਟ ਕਰੋ ਕਿ ਅਕਾਲੀ ਭਾਜਪਾ ਸਰਕਾਰ ਦੇ ਭਾਈਵਾਲ ਹੋ ਤੁਸੀਂ, ਔਰ ਤੁਸੀਂ ਐਮਪੀ ਜੇ ਫਿਰੋਜ਼ਪੁਰ ਤੋਂ ਬਣੇ ਹੋ ਤੇ ਤਾਂ ਬਣੇ ਹੋ ਜੇ ਤੁਹਾਨੂੰ ਭਾਜਪਾ ਨੇ ਵੋਟਾਂ ਪਾਈਆਂ। ਜਿੱਦਣ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਸੀ ਉਦਣ ਤੁਹਾਨੂੰ ਇਹ ਸਟੇਟਮੈਂਟ ਦੇਣੀ ਚਾਹੀਦੀ ਸੀ ਕਿ ਅਸੀਂ ਸਾਰੇ ਦੇ ਸਾਰੇ ਜਿੰਨੇ ਵੀ ਉੱਥੇ ਬੈਠੇ ਆ, ਚਾਹੇ ਐਮਪੀ ਨੇ ਚਾਹੇ ਰਾਜ ਸਭਾ ਮੈਂਬਰ ਨੇ, ਸਾਰੇ ਦੇ ਸਾਰਿਆਂ ਨੂੰ ਅਸਤੀਫਾ ਦੇਣਾ ਚਾਹੀਦਾ ਸੀ। ਉਦਣ ਹੀ ਬੀਜੇਪੀ ਨਾਲੋਂ ਨਾਤਾ ਤੋੜਨਾ ਚਾਹੀਦਾ ਸੀ, ਤਾਂ ਕਿਸਾਨ ਮੰਨਦੇ ਕਿ ਠੀਕ ਆ ਤੁਸੀਂ ਕੁਰਬਾਨੀ ਦਿੱਤੀ ਹੈ। ਉਹ ਜਿਵੇਂ ਕਹਿੰਦੇ ਕਿ ਤਲਾਕ ਹੋ ਗਿਆ, ਵਸਣਾ ਮੋਦੀ ਦੇ ਹੀ ਹੈ, ਔਰ ਉਹ ਕੁਛ ਹੀ ਚੱਲ ਰਿਹਾ ਹੈ ਜੋ ਤੁਸੀਂ ਦੇਖ ਰਹੇ ਹੋ। ਲੋਕ ਬਹੁਤ ਸਿਆਣੇ ਨੇ। ਇਸ ਕਰਕੇ ਅੱਜ ਮੈਂ ਸਾਰਿਆਂ ਵੀਰਾਂ ਨੂੰ ਇਹ ਅਪੀਲ ਕਰਦਾ ਵਾਂ ਕਿ ਇੱਕ ਪਲੇਟਫਾਰਮ ਦੇ ਉੱਪਰ ਇਕੱਠੇ ਹੋ ਕੇ, ਚਾਹੇ ਸਾਡੇ ਨੌਜਵਾਨ ਵੀਰ ਨੇ, ਚਾਹੇ ਬਜ਼ੁਰਗ ਨੇ, ਕਿਸਾਨ ਆ, ਮਜ਼ਦੂਰ ਆ, ਚਾਹੇ ਅਸੀਂ ਵਪਾਰੀਆਂ ਦੀ ਗੱਲ ਕਰ ਲਈਏ, ਅੱਜ ਹਰੇਕ ਆਦਮੀ ਨੂੰ ਜਿਹੜਾ, ਕਿਉਂਕਿ ਜੇ ਕਿਸਾਨ ਹੈ ਤੇ ਮਜ਼ਦੂਰ ਵੀ ਤਾਂ ਹੈ, ਜੇ ਕਿਸਾਨੀ ਹੈ ਜਿੰਦਾ ਹੈ ਤੇ ਤਾਂ ਹੀ ਵਪਾਰ ਜਿੰਦਾ ਹੈ। ਇਸ ਕਰਕੇ ਸਾਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਦੇ ਉੱਪਰ ਇਕੱਠੇ ਹੋ ਕੇ ਇਸ ਬਿੱਲ ਦਾ ਵਿਰੋਧ ਕਰਨਾ ਚਾਹੀਦਾ, ਔਰ ਅਸੀਂ ਡਟ ਕੇ ਵਿਰੋਧ ਕਰਾਂਗੇ ਔਰ ਇਹ ਬਿੱਲ ਜਿਹੜਾ ਵਾਪਸ ਕਰਾ ਕੇ ਹਟਾਂਗੇ। ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਆ। ਬਿਲਕੁਲ ਜੀ, ਪੰਜਾਬ ਸਰਕਾਰ ਜਿਹੜੀ ਉਹ ਕਿਸਾਨਾਂ ਦੇ ਨਾਲ ਆ। ਔਰ ਤੁਸੀਂ ਵੇਖਿਆ ਕਿ ਜਦੋਂ ਵਿਧਾਨ ਸਭਾ ਸੈਸ਼ਨ ਦੇ ਵਿੱਚ ਉਦਣ ਵੀ ਇਹਨਾਂ ਨੇ ਦੋਗਲੀ ਰਾਜਨੀਤੀ ਕੀਤੀ। ਜਦੋਂ ਅਸੀਂ ਬਿੱਲ ਇਹ ਰੱਦ ਕੀਤਾ ਵਿਧਾਨ ਸਭਾ ਦੇ ਵਿੱਚ ਤਾਂ ਉਸ ਦਿਨ ਇਹ ਬਾਈਕਾਟ ਕਰ ਗਏ। ਉਸ ਦਿਨ ਇਹਨਾਂ ਨੇ ਕਰੋਨਾ ਦਾ ਬਹਾਨਾ ਬਣਾ ਲਿਆ ਤੇ ਉਸ ਦਿਨ ਇਹ ਤਾਂ ਕਰਕੇ ਨਹੀਂ ਆਏ ਕਿਉਂਕਿ ਇਹ ਹਮੇਸ਼ਾ ਇਹਨਾਂ ਦੀ ਜਿਹੜੀ ਵਾਗਡੋਰ ਆ ਉਹ ਮੋਦੀ ਦੇ ਹੱਥ ਵਿੱਚ ਰਹੀ ਆ। ਔਰ ਇਸ ਕਰਕੇ ਇਹ ਲੋਕਾਂ ਨੂੰ ਸਪਸ਼ਟ ਕਰਨਾ, ਔਰ ਮੇਰਾ ਤਾਂ ਅੱਜ ਵੀ ਦਿਲ ਕਰਦਾ ਸੀ ਕਿ ਜਿੱਥੇ ਜਿੱਥੇ ਇਹਨਾਂ ਨੇ ਧਰਨੇ ਲਾਏ ਨੇ ਉੱਥੇ ਜਾ ਕੇ ਮੈਂ ਇਹਨਾਂ ਨੂੰ ਇਹ ਗੱਲ ਜ਼ਰੂਰ ਪੁੱਛਾਂ। ਪਰ ਅਸੀਂ ਜਿਹੜਾ ਹੁਣ ਸਾਡਾ ਪਾਰਟੀ ਦੇ ਪ੍ਰੋਗਰਾਮ ਨੇ, ਅਸੀਂ ਜਿਹੜੇ ਆ ਕਿ ਉਹ ਸੋਮਵਾਰ ਤੋਂ ਅਸੀਂ ਸ਼ੁਰੂ ਕਰ ਰਹੇ ਹਾਂ। ਔਰ ਇਸ ਗੱਲ ਦਾ ਜਵਾਬ ਜਿਹੜਾ ਮੈਂ ਸੁਖਬੀਰ ਸਿੰਘ ਬਾਦਲ ਤੋਂ ਖੁਦ ਜਾ ਕੇ ਪੁੱਛਾਂਗਾ ਕਿ ਉਹ ਸਪਸ਼ਟ ਕਰਨ ਕਿ ਉਹ ਬੀਜੇਪੀ ਦੇ ਨਾਲ ਨੇ ਜਾਂ ਕਿਸਾਨਾਂ ਦੇ ਨਾਲ ਨੇ। ਜਿਹੜੀ ਪੰਜਾਬ ਦੀ ਬੀਜੇਪੀ ਉਹ ਤਾਂ ਕਹਿ ਰਹੀ ਕਿ ਨਹੀਂ, ਹੁਣ ਅਕਾਲੀ ਦਲ ਵੀ ਸਿਆਸਤ ਕਰ ਰਿਹਾ ਹੈਗਾ, ਕਾਂਗਰਸ ਪਾਰਟੀ ਉਹ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਜਿਹੜੀ ਪੰਜਾਬ ਦੀ ਬੀਜੇਪੀ ਇਹ ਤੇ ਇੱਕ ਸਕੂਟਰ ਤੇ ਆ ਜਾਂਦੀ ਸੀ, ਹੁਣ ਵੱਧ ਤੋਂ ਵੱਧ ਟੈਂਪੂ ਟਰੈਵਲ 'ਚ ਚਲੇ ਜਾਂਦੇ ਨੇ। ਇਹ ਕੋਈ ਜ਼ਿਆਦਾ ਗੱਲ ਨਹੀਂ ਹੈਗੀ ਗੀ, ਕਿਉਂਕਿ ਪੰਜਾਬ ਨੂੰ ਜੇ ਬੀਜੇਪੀ ਨੂੰ ਜੇ ਜਿੰਦਾ ਕੀਤਾ ਹੈ ਤੇ ਉਹ ਬਾਦਲ ਪਰਿਵਾਰ ਨੇ ਕੀਤਾ।
ਜਿੱਦਣ ਬਾਦਲ ਪਰਿਵਾਰ ਉਹਨਾਂ ਤੋਂ ਪਿੱਛੇ ਹਟੂਗਾ ਫਿਰ ਬੀਜੇਪੀ ਆਪਦਾ ਕਲੀਅਰ ਕਰੂਗੀ ਕਿ ਸਟੈਂਡ ਉਹਨਾਂ ਦਾ ਕੀ ਹੈ ਤੇ ਇਹਨਾਂ ਦਾ ਕੀ ਹੈ। ਤੁਹਾਨੂੰ ਲੱਗਦਾ ਕਿ ਜਿਹੜੇ ਕਾਲੇ ਬਿੱਲ ਪਾਸ ਕੀਤੇ ਨੇ ਮੋਦੀ ਸਰਕਾਰ ਨੇ ਇਹ ਵਾਪਸ ਹੋਣਗੇ ਜਾਂ ਇਦਾਂ ਹੀ ਚੱਲਦਾ ਰਹੂਗਾ? ਇਹਨਾਂ ਨੇ ਕਿ ਸਰਕਾਰ ਸੋਚ ਕੇ ਬੈਠੀ ਹੋਈ ਕਿ ਕਿਸਾਨ 1 ਦਿਨ 2 ਦਿਨ 3 ਦਿਨ ਬਾਅਦ ਤੋਂ ਮਹੀਨਾ ਲਾ ਲੈਣਗੇ, ਇਸ ਤੋਂ ਜ਼ਿਆਦਾ ਤੇ ਕਿਸਾਨ ਵੀ ਧਰਨੇ ਨਹੀਂ ਦੇ ਸਕਦੇ। ਗੱਲ ਇਹ ਹੈ ਕਿ ਤੁਹਾਡੇ ਮਾਧਿਅਮ ਰਾਹੀਂ ਮੈਂ ਦੱਸਣਾ ਚਾਹੁੰਦਾ ਵਾਂ ਸਾਰੇ ਕਿਸਾਨ ਵੀਰਾਂ ਨੂੰ ਕਿ ਕਈ ਕਿਸਾਨ ਵੀਰ ਤਾਂ ਵਿਚਾਰੇ ਏਡੇ ਭੋਲੇ ਨੇ ਜਿਹੜੇ ਕਹਿੰਦੇ ਨੇ ਕਿ ਆ ਜਿਹੜੀ ਝੋਨੇ ਦੀ ਖਰੀਦ ਆ, ਕਿਉਂਕਿ ਉਦੋਂ ਤੱਕ ਤਾਂ ਇਹ ਬਿੱਲ ਹੀ ਲਾਗੂ ਨਹੀਂ ਹੋਣਾਗਾ। ਬਿੱਲ ਜਿਹੜਾ ਰੋਕ ਲਿਆ ਗਿਆ ਹੈ ਉਹ ਬਿੱਲ ਲਾਗੂ ਨਹੀਂ ਹੋਣਾਗਾ। ਔਰ ਉਸ ਤੋਂ ਬਾਅਦ ਮੈਂ ਇਹ ਗੱਲ ਕਹਿਣਾ ਕਿ ਅਸੀਂ ਆ ਜਿਹੜਾ ਝੋਨੇ ਦਾ ਜਿਹੜਾ ਸਾਡਾ ਸੀਜ਼ਨ ਆ, ਸੀਜ਼ਨ ਤੋਂ ਬਾਅਦ ਅਸੀਂ ਇਹ ਸੰਘਰਸ਼ ਨੂੰ ਠੰਡੇ ਨਹੀਂ ਪੈਣ ਦੇਣਾਗਾ। ਤਕੜੇ ਹੋ ਕੇ ਸੰਘਰਸ਼ ਨੂੰ ਇੱਥੋਂ ਤੱਕ ਅਸੀਂ ਲੈ ਚੱਲੀਏ ਕਿ ਦਿੱਲੀ ਦਰਬਾਰ ਨੂੰ ਜਿਹੜਾ ਖੜਕਾ ਕੇ ਰੱਖ ਦਈਏ ਤਾਂ ਕਿ ਉਹਨਾਂ ਨੂੰ ਮਜਬੂਰਨ ਜਿਹੜਾ ਇਹ ਬਿੱਲ ਵਾਪਸ ਲੈਣਾ ਪਵੇ। ਕਿਉਂਕਿ ਜਿਹੜੀਆਂ ਸਟੇਟਾਂ ਦੇ ਵਿੱਚ ਇਹ ਬਿੱਲ ਜਿਹੜੇ ਨੇ ਪਾਸ ਹੋਏ ਨੇ, ਚਾਹੇ ਅਸੀਂ ਬਿਹਾਰ ਦੀ ਗੱਲ ਕਰ ਲਈਏ, ਤੁਸੀਂ ਬਿਹਾਰ ਜਾ ਕੇ ਦੇਖੋ ਅੱਜ ਬਿਹਾਰ ਦੇ ਉਹ ਹਾਲਾਤ ਨੇ ਜਿਵੇਂ ਬਿਹਾਰ ਦੇ ਲੋਕ ਸਾਡੇ ਆਣ ਕੇ ਕੰਮ ਕਰਦੇ ਨੇ, ਉਹ ਤਾਂ ਕੰਮ ਕਰਦੇ ਨੇ ਕਿਉਂਕਿ ਉੱਥੇ ਖੇਤੀਬਾੜੀ 'ਚ ਕੁਝ ਨਹੀਂ ਬਚਦਾਗਾ। ਔਰ ਜਿਹੜੀਆਂ ਬਾਹਰਲੇ ਦੇਸ਼ ਨੇ ਜਿਨ੍ਹਾਂ ਨੇ ਇਹ ਕਾਨੂੰਨ ਲਿਆਂਦੇ ਸੀ, ਅੱਜ ਉਹਨਾਂ ਦੇ ਵੀ ਇਹ ਕਾਨੂੰਨ ਫੇਲ ਹੋ ਗਏ ਕਿਉਂਕਿ ਉਹਨਾਂ ਕੋਲ 500 ਏਕੜ 1000 ਏਕੜ ਜਿੱਥੇ ਜ਼ਿਮੀਂਦਾਰਾਂ ਕੋਲ ਜ਼ਮੀਨ ਸੀ, ਜਿੱਥੇ ਇਹ ਕਾਨੂੰਨ ਨਹੀਂ ਚੱਲੇਗੇ। ਇੱਥੇ ਸਾਡੇ ਕੋਲ ਪੰਜਾਬ ਵਾਲਿਆਂ ਕੋਲ ਤਾਂ ਕਿਸੇ ਕੋਲ 5 ਏਕੜ ਆ, ਕਿਸੇ ਕੋਲ 7 ਏਕੜ ਆ, ਕਿਸੇ ਕੋਲ 2 ਏਕੜ ਆ। ਔਰ ਅਸੀਂ ਜਿਹੜੇ ਆ ਕਿ ਅਸੀਂ ਉਹ ਜਿਹੜੇ ਵੱਡੇ ਘਰਾਣਿਆਂ ਦੇ ਜਿਹੜੇ ਸ਼ਾਹੂਕਾਰ ਘਰਾਣਿਆਂ ਦੇ ਅਸੀਂ ਉਹਨਾਂ ਦੇ ਦਿਹਾੜੀਏ ਬਣ ਕੇ ਰਹਿ ਜਾਾਂਗੇ। ਇਸ ਕਰਕੇ ਮੇਰੇ ਸਾਰੇ ਵੀ ਕਿਸਾਨ ਵੀਰਾਂ ਨੂੰ ਬੇਨਤੀ ਆ, ਮਜ਼ਦੂਰਾਂ ਨੂੰ, ਆੜ੍ਹਤੀਆਂ ਨੂੰ, ਸਾਰੇ ਵਪਾਰੀਆਂ ਨੂੰ ਬੇਨਤੀ ਆ ਕਿ ਤਕੜੇ ਹੋ ਕੇ ਜਿਹੜਾ ਹੈ ਕਿ ਆਪਾਂ ਇਸ ਬਿੱਲ ਦਾ ਜਿਹੜਾ ਹੈ ਕਿ ਆਪਾਂ ਵਿਰੋਧ ਕਰੀਏ ਔਰ ਕਿਸਾਨਾਂ ਦਾ ਸਾਥ ਦਈਏ ਔਰ ਮੋਢੇ ਨਾਲ ਮੋਢਾ ਲਾ ਕੇ ਚੱਲੀਏ ਕਿ ਤਾਂ ਕਿ ਭਾਰਤ ਸਰਕਾਰ ਨੂੰ ਇੰਨਾ ਜ਼ਿਆਦਾ ਮਜਬੂਰ ਕਰ ਦਈਏ ਕਿ ਨਰਿੰਦਰ ਮੋਦੀ ਨੂੰ ਜਿਹੜਾ ਬਿੱਲ ਆ ਵਾਪਸ ਲੈਣਾ ਪਵੇ ਔਰ ਅਕਾਲੀ ਦਲ ਅਤੇ ਬੀਜੇਪੀ ਦਾ ਪਿੰਡਾਂ 'ਚ ਵੜਨ ਤੋਂ ਬਾਈਕਾਟ ਕਰੀਏ। ਔਰ ਸ਼ਰਮ ਆਉਣੀ ਚਾਹੀਦੀ ਉਹ ਅਕਾਲੀ ਦਲ ਦੇ ਉਨ ਕਿਸਾਨ ਭਰਾਵਾਂ ਨੂੰ ਜਿਹੜੇ ਜਾ ਕੇ ਅਕਾਲੀ ਦਲ ਦੇ ਧਰਨਿਆਂ 'ਚ ਅੱਜ ਬੈਠੇ ਨੇ, ਉਹਨਾਂ ਦੀ ਜ਼ਮੀਰ ਮਰ ਚੁੱਕੀ ਏ। ਔਰ ਮੈਂ ਗੱਲ ਕਹਾਂਗਾ ਕਿ ਕਿਸਾਨ ਦੇ ਪੁੱਤਰ ਨਹੀਂ ਗੇ, ਉਹ ਬਾਦਲ ਦੇ ਪੁੱਤਰ ਨੇ। ਇਹਨਾਂ ਲੋਕਾਂ ਦਾ ਜਿਹੜਾ ਹੈ ਕਿ ਸਾਨੂੰ ਬਾਈਕਾਟ ਕਰਨਾ ਪਊਗਾ। ਇਹਨਾਂ ਦੇ ਵਿਆਹਾਂ ਸ਼ਾਦੀਆਂ ਦੇ ਪ੍ਰੋਗਰਾਮ ਜਿਹੜੇ ਉਹ ਸਾਨੂੰ ਛੱਡਣੇ ਪੈਣਗੇ ਤਾਂ ਕਿ ਇਹਨਾਂ ਨੂੰ ਅਕਲ ਆ ਸਕੇ ਕਿ ਅੱਜ ਅਸੀਂ ਕਿਸਾਨ ਹੋਣ ਦੇ ਨਾਤੇ ਅਸੀਂ ਕਿਸਾਨਾਂ ਨਾਲ ਨਹੀਂ ਖੜ ਰਹੇ, ਅਸੀਂ ਉਹਨਾਂ ਕਾਫਰਾਂ ਦੇ ਨਾਲ ਖੜ ਰਹੇ ਹਾਂ ਜਿਨ੍ਹਾਂ ਨੇ ਬਿੱਲ ਜਿਹੜੇ ਆ ਵਿੱਚ ਬੈਠ ਕੇ ਜਿਹੜੇ ਆ ਉਹ ਪਾਸ ਕਰਵਾਏ। ਜੋ ਲੋਕ ਕਹਿ ਰਹੇ ਨੇ ਜਿੱਦਾਂ ਜੇ ਟ੍ਰੇਨਾਂ ਬੰਦ ਹੋ ਗਈਆਂ ਫਿਰ ਕੋਲਾ ਬੰਦ ਹੋ ਜਾਊਗਾ, ਬਿਜਲੀ ਨਹੀਂ ਬਣੂਗੀ, ਤੇ ਕਹਿੰਦੇ ਇਹ ਨਾ ਹੋਵੇ ਕਿ ਮੋਦੀ ਐਮਰਜੈਂਸੀ ਲਗਾ ਕੇ ਤੇ ਫਿਰ ਰਾਜਪਾਲ ਜਾਂ ਗਵਰਨਰ ਰਾਜ ਲਾਗੂ ਕਰ ਦੇ। ਗੱਲ ਇਹ ਆ ਜੀ, ਚਾਹੇ ਗਵਰਨਰ ਰਾਜ ਲੱਗ ਜੇ ਚਾਹੇ ਕੁਛ ਲੱਗ ਜੇ, ਸਾਨੂੰ ਕੋਈ ਅਹੁਦਿਆਂ ਨਾਲ ਪਿਆਰ ਨਹੀਂਗਾ। ਅਸੀਂ ਇਹ ਬਿੱਲ ਵਾਪਸ ਕਰਾ ਕੇ ਹਟਾਂਗੇ। ਔਰ ਮੈਂ ਇਹ ਗੱਲ ਕਹਿਣਾ ਕਿ ਜੇ ਪੰਜਾਬ ਦੇ ਕਿਸਾਨ ਮਨ ਬਣਾ ਲੈਣ ਕਿ ਅਸੀਂ ਆਪਦੀ ਫਸਲ ਜਿਹੜੀ ਆ 2 ਸਾਲ ਘਰਾਂ ਦੇ ਵਿੱਚ ਸੰਭਾਲਣੀ ਆ ਤੇ ਮੋਦੀ ਕੀ ਸਾਰਾ ਵਰਲਡ ਜਿਹੜਾ ਉਹ ਭੁੱਖਾ ਮਰ ਜਾਏਗਾ। ਲੱਗਦਾ ਕਿ ਕਿਸਾਨ ਅਗਰ ਇਹ ਜਿਹੜਾ ਫਾਰਮੂਲਾ ਜਿਹੜਾ ਤੁਸੀਂ ਦੱਸ ਰਹੇ ਜੇ 2 ਸਾਲ ਕਣਕ ਝੋਨਾ ਸਾਂਭ ਲਿਆਗਾ ਤੇ ਫਿਰ ਸੈਂਟਰ ਨੂੰ ਝੁਕਣਾ ਪਊਗਾ। ਬਿਲਕੁਲ ਸੈਂਟਰ ਨੂੰ ਝੁਕਣਾ ਪਊਗਾ ਕਿਉਂਕਿ ਇੱਕ ਪੰਜਾਬ ਇੱਕ ਇਹੋ ਜਿਹੀ ਸਟੇਟ ਆ ਜਿਹੜੀ ਪੂਰੇ ਵਰਲਡ ਦੇ ਵਿੱਚ ਹਰੇਕ ਦਾ ਜਿਹੜਾ ਪੇਟ ਭਰਦੀ ਆ। ਔਰ 68% ਜਿਹੜੇ ਸਾਡੇ ਕਿਸਾਨੀ ਜਿਹੜੀ ਆ ਉਹ ਜਿਹੜੀ ਸਾਡੇ ਪੰਜਾਬ ਦੇ ਵਿੱਚ ਆ। ਜੇ ਅਸੀਂ 2 ਸਾਲ ਵੀ ਆਪਦੀਆਂ ਫਸਲਾਂ ਆਪ ਘਰੇ ਸਾਂਭ ਲਈਏ, ਆਪ ਘਰੇ ਸਟੋਰ ਕਰ ਲਈਏ, ਅਸੀਂ ਇੱਕ ਦੂਜੇ ਦਾ ਚਾਹੇ ਕੋਈ ਗਰੀਬ ਕਿਸਾਨ ਆ ਉਹਦੀ ਵੀ ਮਦਦ ਕਰੀਏ, ਅਸੀਂ ਮਨ ਬਣਾ ਲਈਏ ਤੇ ਮੋਦੀ ਨੂੰ ਕੀ ਵੱਡੀਆਂ ਸਰਕਾਰਾਂ ਨੂੰ ਵੀ ਜਿਹੜਾ ਇਹਦੇ ਅੱਗੇ ਝੁਕਣਾ ਪਵੇਗਾ। ਕਿਸਾਨਾਂ ਨੂੰ ਇਹ ਐਲਾਨ ਕਰ ਦੇਣਾ ਚਾਹੀਦਾ। ਬਿਲਕੁਲ ਇਹ ਕਿਸਾਨਾਂ ਨੂੰ ਮੈਂ ਤੇ ਇਹ ਗੱਲ ਕਹਾਂਗਾ ਕਿ ਐਲਾਨ ਕਰ ਦੇਣਾ ਚਾਹੀਦਾ। ਔਰ ਇਹ ਜਿਹੜਾ ਬੈਠ ਕੇ ਜਿਹੜੀਆਂ ਕਿਸਾਨ ਜਥੇਬੰਦੀਆਂ ਨਾਲ ਸਾਰੀਆਂ ਜਿਹੜੀਆਂ ਅਸੀਂ ਮੀਟਿੰਗਾਂ ਕਰਕੇ ਜੋ ਵੀ ਫੈਸਲਾ ਜਿਹੜਾ ਇਹ ਕਰਨਗੇ ਅਸੀਂ ਉਹਦੇ ਨਾਲ ਸਹਿਮਤ ਹੋਵਾਂਗੇ। ਪਰ ਜਿੰਨਾ ਚਿਰ ਅਸੀਂ ਇਹ ਐਲਾਨ ਨਹੀਂ ਕਰਦੇਗੇ ਉਹਨਾਂ ਚਿਰ ਜਿਹੜਾ ਹੈ ਕਿ ਮੋਦੀ ਜਿਹੜਾ ਹੈ ਕਿ ਕਿਉਂਕਿ ਮੋਦੀ ਇੱਕ ਹੰਕਾਰਿਆ ਹੋਇਆ ਹੈ, ਉਹਨੂੰ ਸਿਰਫ ਗੁਜਰਾਤ ਦੇ ਲੋਕ ਦਿਸਦੇ ਨੇ। ਚਾਹੇ ਅਡਾਨੀ ਦੀ ਗੱਲ ਕਰ ਲਈਏ, ਚਾਹੇ ਅਬਾਨੀ ਦੀ ਗੱਲ ਕਰ ਲਈਏ, ਚਾਹੇ ਹੋਰ ਜਿੰਨੇ ਵੀ ਸ਼ਾਹੂਕਾਰ ਅੱਜ ਤੱਕ ਆਏ ਨੇ ਉਹ ਸਾਰੇ ਦੇ ਸਾਰੇ ਗੁਜਰਾਤ ਦੇ ਨੇ। ਬਾਕੀ ਸਟੇਟਾਂ ਤਾਂ ਇਹਨੂੰ ਦੇਸ ਹੀ ਨਹੀਂ ਰਹੀਆਂ ਗੀਆਂ। ਇਸ ਕਰਕੇ ਇਹ ਹੈ ਕਿ ਸਾਨੂੰ ਸਾਰੀਆਂ ਸਟੇਟਾਂ ਨੂੰ ਇਹ ਚਾਹੀਦਾ ਕਿ ਮਨ ਬਣਾ ਲੈਣ। ਅੱਜ ਹਰੇਕ ਸਟੇਟ ਦਾ ਜਿਹੜਾ ਕਿਸਾਨ ਆ, ਅੱਜ ਤੁਸੀਂ ਮੈਂ ਦੇਖ ਰਿਹਾ ਸੀ ਅੱਗੇ ਫੇਸਬੁੱਕ ਤੇ ਟੀਵੀ ਦੇ ਉੱਪਰ ਵੀ ਕਿ ਹਰੇਕ ਸਟੇਟ ਨੇ, ਚਾਹੇ ਅਸੀਂ ਦਿੱਲੀ ਦੀ ਗੱਲ ਕਰ ਲਈਏ, ਚਾਹੇ ਅਸੀਂ ਕਰਨਾਟਕਾ ਦੀ ਗੱਲ ਕਰ ਲਈਏ, ਚਾਹੇ ਕਿਸੇ ਸਟੇਟ ਦੀ ਗੱਲ ਕਰ ਲਈਏ, ਚਾਹੇ ਮਹਾਰਾਸ਼ਟਰ ਦੀ ਗੱਲ ਕਰ ਲਈਏ, ਅੱਜ ਹਰੇਕ ਕਿਸਾਨ ਜਿਹੜਾ ਅੱਜ ਉਹ ਜਿਹੜਾ ਕਿ ਪੰਜਾਬ ਨਹੀਂ ਪੂਰਾ ਭਾਰਤ ਬੰਦ ਆ ਔਰ ਇਸ ਬਿੱਲ ਦਾ ਜਿਹੜਾ ਉਹ ਵਿਰੋਧ ਕਰ ਰਹੇ ਨੇ। ਜੇ ਕਿਤੇ ਸਾਰੇ ਕਿਸਾਨ ਇਸ ਗੱਲ ਨੂੰ ਮੰਨ ਲੈਣ, ਇਹਨਾਂ ਲੋਕਾਂ ਦਾ ਬੀਜੇਪੀ ਵਾਲਿਆਂ ਦਾ ਤੇ ਅਕਾਲੀ ਦਲ ਵਾਲਿਆਂ ਦਾ ਪਿੰਡਾਂ 'ਚ ਵੜਨਾ ਬੰਦ ਕਰ ਦੇਣ, ਇਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕਰ ਦੇਣ ਔਰ ਇਹ ਕਹਿ ਦੇਣ ਕਿ ਅਸੀਂ 2 ਸਾਲ ਕੀ 3 ਸਾਲ ਜਿੰਨਾ ਚਿਰ ਇਹ ਬਿੱਲ ਵਾਪਸ ਨਹੀਂ ਹੁੰਦਾ ਅਸੀਂ ਆਪਦੀਆਂ ਫਸਲਾਂ ਜਿਹੜੀਆਂ ਉਹ ਘਰੇ ਸਟੋਰ ਕਰਾਂਗੇ। ਕਿਉਂਕਿ ਜੇ ਮੋਦੀ ਕਹਿੰਦਾ ਕਿ ਮੈਂ ਟ੍ਰੇਨਾਂ ਬੰਦ ਕਰ ਦੂੰ, ਜੇ ਮੋਦੀ ਨੇ ਅੱਗੇ ਕਰੋਨਾ ਲਾਈ ਰੱਖਿਆ,
ਅੱਗੇ ਕਰੋਨਾ ਆਇਆ, ਕਰੋਨਾ ਦੇ ਵਿੱਚ ਕਰਫਿਊ ਲੱਗਾ ਰਿਹਾ, ਜੇ ਲੋਕ ਉਦੋਂ ਭੁੱਖੇ ਨਹੀਂ ਮਰੇਗੇ ਤੇ ਹੁਣ ਤਾਂ ਸਾਡੀ ਫਸਲ ਸਾਡੇ ਕੋਲ ਆ। ਅੱਛਾ ਕੁਲਬੀਰ ਜੀ, ਆਖਰੀ ਸਵਾਲ ਹੈ, ਤੁਹਾਡੀ ਪਾਰਟੀ ਨੇ ਵੀ ਪੂਰੀ ਸਪੋਰਟ ਕੀਤੀ ਹੈਗੀ ਆ, ਸਾਰੇ ਕਹਿ ਰਹੇ ਨੇ ਕਿ ਕਿਸਾਨਾਂ ਨੇ ਅਕਾਲੀ ਦਲ ਦੀਆਂ ਅੱਖਾਂ ਖੋਲ੍ਹਤੀਆਂ, ਇਹ ਬੀਜੇਪੀ ਦੀਆਂ ਅੱਖਾਂ ਕਦੋਂ ਖੁੱਲਣਗੀਆਂ ਜੀ? ਗੱਲ ਇਹ ਆ ਕਿ ਜਿਹੜੀ ਜਗਤਾਰ ਜੀ ਤੁਸੀਂ ਗੱਲ ਕੀਤੀ, ਸਾਡੇ ਕਿਸਾਨਾਂ ਦੀਆਂ ਹੀ ਅੱਖਾਂ ਅੱਜ ਖੁੱਲ੍ਹੀਆਂ, ਕਿਉਂਕਿ ਪਹਿਲਾਂ ਭਾਸ਼ਣ ਸੁਣ ਕੇ ਅਸੀਂ ਅਕਾਲੀ ਦਲ ਬੀਜੇਪੀ ਦੇ, ਤਾਂ ਲੋਕਾਂ ਨੇ ਇਹਨਾਂ ਨੂੰ ਇੱਥੋਂ ਤੱਕ ਲਿਆਂਦਾ ਕਿ ਸ਼ਾਇਦ ਹੋ ਸਕਦਾ ਹੈ ਕਿ ਜਿਵੇਂ ਸਰਦਾਰ ਮਨਮੋਹਨ ਸਿੰਘ ਜੀ ਨੇ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਸੀ, ਜਿਵੇਂ ਹੋ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਹੈ, ਹੋ ਸਕਦਾ ਕਿ ਦੂਜੀ ਵਾਰ ਮੋਦੀ ਨੂੰ ਇਸੇ ਗੱਲ 'ਚ ਮੌਕਾ ਦੇ ਦਈਏ ਕਿ ਤਾਂ ਕਿ ਮੋਦੀ ਵੀ ਕਿਸਾਨਾਂ ਦਾ ਕਰਜ਼ਾ ਮਾਫ ਕਰੇ। ਪਰ ਮੋਦੀ ਨੇ ਕਰਜ਼ਾ ਤਾਂ ਕੀ ਮਾਫ ਕਰਨਾ ਸੀ, ਅੱਜ ਕਿਸਾਨ ਇੰਨਾ ਜ਼ਿਆਦਾ ਮਜਬੂਰ ਕਰਤਾ ਕਿ ਅੱਜ ਬਾਦਲ ਪਿੰਡ ਦੇ ਵਿੱਚ ਜੋ ਕਿਸਾਨ ਨੇ ਖੁਦਕੁਸ਼ੀ ਕੀਤੀ, ਅੱਜ ਕਿਸਾਨ ਇੱਥੋਂ ਤੱਕ ਮਜਬੂਰ ਹੋ ਗਿਆ ਕਿ ਕਿਸਾਨ ਖੁਦਕੁਸ਼ੀ ਕਰਨ ਨੂੰ ਤਿਆਰ ਆ। ਇਸ ਕਰਕੇ ਮੈਂ ਗੱਲ ਕਹਾਂਗਾ ਕਿ ਇਹ ਜਿਹੜਾ ਹੈ ਕਿ ਇਹਦੇ ਵਿੱਚ ਕਿਸਾਨ ਹੀ ਜਿਹੜੇ ਨੇ ਉਹ ਬੀਜੇਪੀ ਤੇ ਅਕਾਲੀ ਦਲ ਦੀਆਂ ਅੱਖਾਂ ਖੋਲ੍ਹਣਗੇ, ਔਰ ਕਿਸਾਨ ਜਿਹੜਾ ਹੈ ਅੱਜ ਉਹ ਕਿਸਾਨ ਏਕਤਾ ਜਿਹੜੀ ਉਹ ਇੱਕ ਆ, ਔਰ ਸਾਰੇ ਕਿਸਾਨ ਜਿਹੜੇ ਉਹ ਰਲ ਕੇ ਜਿਹੜੇ ਆ ਕਿ ਉਹ ਦਿੱਲੀ ਦੇ ਤਖਤ ਨੂੰ ਲਾ ਕੇ ਰੱਖ ਦੇਣਗੇ। ਬਹੁਤ ਮਿਹਰਬਾਨੀ। ਉਹ ਜਿੱਥੋਂ ਤੱਕ ਦੇਸ਼ ਦੇ ਕਿਸਾਨਾਂ ਦਾ ਮਸਲਾ, ਔਰ ਜਿਹੜੇ ਲਾਲ ਬਹਾਦਰ ਸ਼ਾਸਤਰੀ ਕਹਿ ਗਏ ਸੀ ਜੈ ਜਵਾਨ ਜੈ ਕਿਸਾਨ, ਉਹਨਾਂ ਨਾਅਰਿਆਂ ਦਾ ਕੋਈ ਮਤਲਬ ਸੀ, ਤੇ ਉਹ ਨਾਅਰਿਆਂ ਦਾ ਮਤਲਬ ਸ਼ਾਇਦ ਮੌਜੂਦਾ ਸੈਂਟਰ ਸਰਕਾਰ ਭੁੱਲ ਗਈ ਹੈ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਨਵੀਂ ਨਿਊਜ਼ ਚੰਡੀਗੜ੍ਹ।